ਅਸੀਂ ਹਰ ਰੋਜ਼ ਦੇਖਦੇ ਰਹੇ ਵੀ ਇਹ ਹੁਣ ਹਰ ਰੋਜ਼ ਮੀਟਿੰਗਾਂ ਤੇ ਮੀਟਿੰਗਾਂ ਸੱਦ ਰਹੇ ਨੇ, ਹਰ ਰੋਜ਼ ਮੀਟਿੰਗਾਂ ਤੇ ਮੀਟਿੰਗਾਂ ਸੱਦ ਰਹੇ ਨੇ। ਜਿਵੇਂ ਅਦਾਲਤਾਂ ਦੇ ਵਿੱਚ ਕੋਈ ਫੈਸਲਾ ਨਹੀਂ ਆਉਂਦਾ, ਉਵੇਂ ਇਹ ਸਿਸਟਮ ਬਣਾਤਾ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ। ਹੁਣ ਇਹ ਜੋ ਸਾਡੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਜੋ ਸਾਨੂੰ ਸਿਖਾਇਆ, ਜੋ ਅਸੀਂ ਉਹਨਾਂ ਦੇ ਪਰਨੇ ਤੇ ਚੱਲੇ, ਮਹੰਤ ਸੇਵਾਦਾਰ ਜੀ ਨੇ ਜੋ ਸਿਖਾਇਆ ਸਾਨੂੰ, ਅਸੀਂ ਉਹ ਦੇਖਿਆ, ਅਸੀਂ ਉਹਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਪ੍ਰਣ ਲਿਆ ਵੀ ਹੁਣ ਅਸੀਂ ਦਿੱਲੀ ਦੇ ਵਿੱਚ ਜਾ ਕੇ ਮਰਨ ਵਰਤ ਸ਼ੁਰੂ ਕਰਾਂਗੇ। ਬਾਅਦ ਅਸੀਂ ਅੱਜ ਸਿਰਫ ਤੇ ਸਿਰਫ ਨਿੰਬੂ ਪਾਣੀ ਤੇ ਪਾਣੀ ਲੈ ਰਹੇ ਹਾਂ ਪਿਛਲੇ 5 ਦਿਨਾਂ ਤੋਂ, ਤੇ 5 ਦਿਨ ਸਾਡੇ ਬਚੇ ਆ ਜੀ। ਜੇ 5 ਦਿਨਾਂ ਦੇ ਵਿੱਚ ਜੇ ਨਹੀਂ ਪੂਰੀਆਂ ਹੁੰਦੀਆਂ ਤਾਂ ਅਸੀਂ ਨਿੰਬੂ ਪਾਣੀ ਤੇ ਪਾਣੀ ਨੂੰ ਵੀ ਤਿਆਗ ਦਾਂਗੇ, ਨਿਰਜਲ ਅਸੀਂ ਹੋ ਜਾਾਂਗੇ ਨਿਰਜਲ। ਪਰ ਮੈਂ ਗੋਦੀ ਮੀਡੀਆ ਨੂੰ ਵੀ ਇਹ ਕਹਿਣਾ ਚਾਹਾਂਗਾ ਤੁਹਾਡੇ ਜੱਗ ਪਾਣੀ ਚੈਨਲ ਦੇ ਥਰੂ, ਕਿਉਂਕਿ ਤੁਹਾਡਾ ਜੱਗ ਪਾਣੀ ਚੈਨਲ ਮੈਂ ਦੇਖਿਆ ਜੀ, ਇਹ ਰਾਜਨੀਤਿਕ ਪੱਖ ਤੋਂ ਉੱਪਰ ਉੱਠ ਕੇ ਇਹ ਕਿਸੇ ਦੀ ਇੱਕ ਪਾਸਾ ਨਹੀਂ ਸੋਚਦਾ, ਰਾਜਨੀਤਿਕ ਦਾ ਸਹੀ ਪ੍ਰੈਸ ਕਰਦਾ ਹੈ, ਸਹੀ ਜੋ ਮੀਡੀਆ ਦਾ ਕੰਮ ਹੁੰਦਾ ਉਸ ਤੇ ਸਹੀ ਆਪਦਾ ਤਨੋਂ ਨਿਭਾਉਂਦਾ ਗਾ। ਮੈਂ ਤੁਹਾਡੇ ਜੱਗ ਪਾਣੀ ਦੇ ਥਰੂ ਕਹਿਣਾ ਚਾਹਾਂਗਾ ਗੋਦੀ ਮੀਡੀਆ ਨੂੰ ਵੀ, ਹੁਣ ਸਮਾਂ ਆ ਗਿਆ ਹੈ ਵੀ ਤੁਸੀਂ ਵੀ ਇਹ ਮੋਦੀ ਦੀ ਚੁੰਗਲ ਚੋਂ ਨਿਕਲ ਸਕਦੇ ਹੋ। ਤੁਸੀਂ ਇੱਥੇ ਆਓ, ਇਹ ਮੋਦੀ ਨੇ ਜੋ ਅਤਿਆਚਾਰ ਕੀਤੇ ਆ ਕਿਸਾਨਾਂ ਦੇ ਉੱਤੇ ਉਹਨੂੰ ਕਵਰ ਕਰੋ ਤੇ ਦੁਨੀਆ ਨੂੰ ਸੱਚ ਦਿਖਾਓ। ਬਣਾਏ ਗਏ हैं नहीं सर, ऐसा कुछ नहीं लग रहा हमारे को। That's why we are opposing this thing, because that is not in the favor of the farmers. They are in the favor of big corporates like Ambani and Adani's, because that credits will go to them only. That will not come to the farmers. सड़कों पर बैठा है। अरे सर, इसीलिए तो मैं इंग्लिश में बोलना चाहता हूँ। वो हमें टेररिस्ट बोलते हैं। हमारी बेटियाँ कल बैनर लेके घूम रही थी कि आई एम द डॉटर ऑफ ए फार्मर। That's why I'm speaking in English. I have changed my channel into English. So he must know that we are not a terrorist. We are not a Khalis. We are not Khalistani. We are farmers. So we are learned farmers. I am double MA from Kurukshetra University. He must know that itna mera 60 year is running. So we are ठीक है, we are the son of the poor, but we know better. They must realize that कि पढ़े लिखे हैं ये, लेकिन तुम इसको लॉलीपॉप दे रहे हो। We will not accept it. They are giving us new shirt. Once we can survive with this shirt, I don't want new shirt. ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪੰਜਾਬ ਤੋਂ ਆਏ ਕੁਝ ਲੋਕ ਭੁੱਖ ਹੜਤਾਲ ਤੇ ਬੈਠੇ ਨੇ। ਪੰਜਾਬ ਦੇ ਨਹੀਂ, ਹਰਿਆਣਾ ਦੇ ਵੀ ਨੇ, ਉੱਤਰਾਖੰਡ ਦੇ ਵੀ ਨੇ, ਯੂਪੀ ਦੇ ਵੀ ਨੇ ਲੋਕ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ। ਸੋ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ। ਭੁੱਖ ਹੜਤਾਲ ਜਿਹੜੀ ਹੈ ਇਹਨਾਂ ਦੀ 10 ਦਿਨ ਦੀ ਹੈਗੀ ਆ, ਉਸ ਤੋਂ ਬਾਅਦ ਇਹਨਾਂ ਨੇ ਮਰਨ ਵਰਤ ਰੱਖਣਾ ਵਾ। ਸੋ ਗੱਲਬਾਤ ਕਰ ਲੈਂਦੇ ਆ। ਸਰ, ਭੁੱਖ ਹੜਤਾਲ ਰੱਖੀ ਹੈ ਤੁਸੀਂ, ਅਲਟੀਮੇਟ ਦਿੱਤਾ ਹੈ ਵਾ ਸਰਕਾਰ ਨੂੰ, ਕਿਸ ਤਰ੍ਹਾਂ ਅਲਟੀਮੇਟ ਭੇਜਿਆ ਸਰਕਾਰ ਨੂੰ ਤੇ ਕਿੰਨੇ ਦਿਨ ਦੀ ਹੁਣ ਭੁੱਖ ਹੜਤਾਲ ਤੁਹਾਡੀ ਹੋ ਚੁੱਕੀ ਹੈ? ਸਭ ਤੋਂ ਪਹਿਲਾਂ ਜੱਗ ਪਾਣੀ ਦੇ ਸਰੋਤੇ ਜੋ ਮੈਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਮੇਰੀ ਤਰਫ ਤੋਂ, ਸਾਡੀ ਸੰਸਥਾ ਸ਼ਹੀਦ ਫੇਰੂਮਾਨ ਦੀ ਤਰਫ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਸ ਦਿਨ ਅਸੀਂ ਪਹਿਲੇ ਦਿਨ ਅਨਾਉਂਸ ਕੀਤਾ ਸੀ ਨਾ ਜੀ, ਇਹ ਜਦੋਂ ਇਹ ਕਾਲੇ ਕਾਨੂੰਨ ਲਿਆਂਦੇ ਗਏ ਸੀਗੇ, ਤੇ ਇਹ ਜਦੋਂ 26 ਤੇ 27 ਤਰੀਕ ਦਾ ਜਦੋਂ ਕਿਸਾਨ ਜਥੇਬੰਦੀਆਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਦਿੱਲੀ ਕੂਚ ਕਰਾਂਗੇ, ਅਸੀਂ ਉਸ ਤੋਂ ਬਾਅਦ ਹੀ ਪ੍ਰੈਸ ਕਾਨਫਰੰਸਾਂ ਕਰਨੀਆਂ ਸ਼ੁਰੂ ਕਰਤੀਆਂ ਸੀ। ਅਸੀਂ ਉਦੋਂ ਹੀ ਅਨਾਉਂਸ ਕਰਨਾ ਸ਼ੁਰੂ ਕਰਤਾ ਸੀ ਵੀ ਅਸੀਂ ਭੁੱਖ ਹੜਤਾਲ ਕਰਾਂਗੇ ਜੀ ਜੇ ਕਿਸਾਨਾਂ ਦੀਆਂ ਮੰਗਾਂ ਨਾ ਪੂਰੀਆਂ ਹੋਈਆਂ ਤੇ। ਪਰ ਜਦੋਂ 26 ਤਰੀਕ ਨੂੰ ਇਹ ਕੂਚ ਕੀਤਾ ਗਿਆ, ਅੱਗੇ ਆ ਕੇ ਬਾਰਡਰ ਤੋੜੇ, ਅੱਗੇ ਵਧੇ, ਇੱਥੇ ਸਿੰਘੂ ਬਾਰਡਰ ਤੇ ਪਹੁੰਚੇ, ਸਾਡੀਆਂ ਜਥੇਬੰਦੀਆਂ ਨੇ ਇੱਥੇ ਕਿਸਾਨਾਂ ਨੇ ਜੋ ਧਰਨਾ ਲਾਇਆ, ਅਸੀਂ ਦੇਖਿਆ। ਅਸੀਂ ਹਰ ਰੋਜ਼ ਦੇਖਦੇ ਰਹੇ ਵੀ ਇਹ ਹੁਣ ਹਰ ਰੋਜ਼ ਮੀਟਿੰਗਾਂ ਤੇ ਮੀਟਿੰਗਾਂ ਸੱਦ ਰਹੇ ਨੇ, ਹਰ ਰੋਜ਼ ਮੀਟਿੰਗਾਂ ਤੇ ਮੀਟਿੰਗਾਂ ਸੱਦ ਰਹੇ ਨੇ। ਜਿਵੇਂ ਅਦਾਲਤਾਂ ਦੇ ਵਿੱਚ ਕੋਈ ਫੈਸਲਾ ਨਹੀਂ ਆਉਂਦਾ, ਉਵੇਂ ਇਹ ਸਿਸਟਮ ਬਣਾਤਾ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ, ਤਰੀਕ ਪੇ ਤਰੀਕ। ਅਸੀਂ ਉਹਨੇ ਦੇਖਿਆ ਵੀ ਹੁਣ ਇਹ ਤਾਂ ਚੀਜ਼ਾਂ ਪਰ ਰਾਜਨੀਤਿਕ ਜਿਹੜਾ ਗੁਰ ਹੁੰਦਾ ਉਸ ਚੀਜ਼ਾਂ ਤੇ ਚੱਲ ਪਈਆਂ ਨੇ ਜੀ। ਹੁਣ ਇਹਨਾਂ ਨੇ ਫੈਸਲਾ ਤਾਂ ਕੋਈ ਦੇਣਾ ਨਹੀਂ ਗਾ। ਹੁਣ ਇਹ ਜੋ ਸਾਡੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਜੋ ਸਾਨੂੰ ਸਿਖਾਇਆ, ਜੋ ਅਸੀਂ ਉਹਨਾਂ ਦੇ ਪਰਨੇ ਤੇ ਚੱਲੇ, ਮਹੰਤ ਸੇਵਾਦਾਰ ਜੀ ਨੇ ਜੋ ਸਿਖਾਇਆ ਸਾਨੂੰ, ਅਸੀਂ ਉਹ ਦੇਖਿਆ, ਅਸੀਂ ਉਹਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਪ੍ਰਣ ਲਿਆ ਵੀ ਹੁਣ ਅਸੀਂ ਦਿੱਲੀ ਦੇ ਵਿੱਚ ਜਾ ਕੇ ਮਰਨ ਵਰਤ ਸ਼ੁਰੂ ਕਰਾਂਗੇ। ਮੈਂ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸ ਸ਼ੁਰੂ ਕਰਕੇ ਉੱਥੇ ਐਲਾਨ ਕਰਕੇ, ਮੇਰੇ ਨਾਲ ਜਗਤਾਰ ਸਿੰਘ ਢੀਂਡਸਾ ਜੀ ਸੀ, ਅਰਜੁਨ ਆਰੀਆ ਜੀ ਸੀ, ਹੇਮੰਤ ਤੁਸਾਵਰ ਜੀ ਸੀ, ਅਰੁਣ ਆਰੀਆ ਜੀ ਸੀ। ਅਸੀਂ ਇਹ 5 ਜਣਿਆਂ ਨੇ ਉੱਥੇ ਅਨਾਉਂਸ ਕੀਤਾ ਪੰਜਾਬ 'ਚ ਜੀ। ਅਸੀਂ ਉੱਥੋਂ ਜਸਕਰਨ ਸਿੰਘ ਜੀ ਸੀ, ਹਿੰਮਤ ਬਰਾੜ ਜੀ ਸੀ, ਅਸੀਂ 7 ਜਣਿਆਂ ਨੇ ਅਨਾਉਂਸ ਕੀਤਾ। ਅਸੀਂ ਉੱਥੋਂ ਚੱਲ ਪਏ ਜੀ। ਅਸੀਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ 10 ਦਿਨ ਦਾ, ਵੀ 10 ਦਿਨਾਂ ਦੇ ਵਿੱਚ ਜੇ ਤੁਸੀਂ ਇਹ ਮੰਗਾਂ ਵਾਪਸ ਨਾ ਲਈਆਂ, ਜੋ ਕਿਸਾਨਾਂ ਦੀ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ, ਤੇ 10 ਦਿਨਾਂ ਬਾਅਦ ਅਸੀਂ ਅੱਜ ਸਿਰਫ ਤੇ ਸਿਰਫ ਨਿੰਬੂ ਪਾਣੀ ਤੇ ਪਾਣੀ ਲੈ ਰਹੇ ਹਾਂ ਪਿਛਲੇ 5 ਦਿਨਾਂ ਤੋਂ, ਤੇ 5 ਦਿਨ ਸਾਡੇ ਬਚੇ ਆ ਜੀ। ਜੇ 5 ਦਿਨਾਂ ਦੇ ਵਿੱਚ ਜੇ ਨਹੀਂ ਪੂਰੀਆਂ ਹੁੰਦੀਆਂ
ਤਾਂ ਅਸੀਂ ਨਿੰਬੂ ਪਾਣੀ ਤੇ ਪਾਣੀ ਨੂੰ ਵੀ ਤਿਆਗ ਦਾਂਗੇ। ਨਿਰਜਲ ਅਸੀਂ ਹੋ ਜਾਾਂਗੇ, ਨਿਰਜਲ ਮਰਨ ਵਰਤ ਦੇ ਉੱਤੇ ਹੋ ਜਾਾਂਗੇ। ਜੇ ਸਾਡੀ ਸ਼ਹੀਦੀ ਆਈ, ਜੇ ਸਾਨੂੰ ਦੇਸ਼ ਲਈ ਸ਼ਹੀਦ ਵੀ ਹੋਣਾ ਪਿਆ ਤੇ ਅਸੀਂ ਸ਼ਹੀਦ ਵੀ ਹੋ ਜਾਾਂਗੇ, ਪਰ ਇਹ ਵਰਤ ਜੋ ਇਹ ਮੰਗਾਂ ਵਾਪਸ ਕਰਾਵਾਂਗੇ। ਸਰਕਾਰ ਤੱਕ ਅਲਟੀਮੇਟ ਕਿਸ ਤਰ੍ਹਾਂ ਪਹੁੰਚਾਇਆ ਤੁਸੀਂ? ਅਸੀਂ ਪ੍ਰੈਸ ਦੇ ਥਰੂ ਪਹੁੰਚਾਇਆ ਜੀ। ਗੋਦੀ ਮੀਡੀਆ ਨੂੰ ਛੱਡ ਦਿਓ, ਗੋਦੀ ਮੀਡੀਆ ਤਾਂ ਉਹਨਾਂ ਦੇ ਨਾਲ ਰਲਿਆ ਹੀ ਹੋਇਆ, ਪਰ ਮੈਂ ਗੋਦੀ ਮੀਡੀਆ ਨੂੰ ਵੀ ਇਹ ਕਹਿਣਾ ਚਾਹਾਂਗਾ ਤੁਹਾਡੇ ਜੱਗ ਪਾਣੀ ਚੈਨਲ ਦੇ ਥਰੂ, ਕਿਉਂਕਿ ਤੁਹਾਡਾ ਜੱਗ ਪਾਣੀ ਚੈਨਲ ਮੈਂ ਦੇਖਿਆ ਜੀ, ਇਹ ਰਾਜਨੀਤਿਕ ਪੱਖ ਤੋਂ ਉੱਪਰ ਉੱਠ ਕੇ ਇਹ ਕਿਸੇ ਦੀ ਇੱਕ ਪਾਸਾ ਨਹੀਂ ਸੋਚਦਾ, ਰਾਜਨੀਤਿਕ ਦਾ ਸਹੀ ਪ੍ਰੈਸ ਕਰਦਾ ਹੈ, ਸਹੀ ਜੋ ਮੀਡੀਆ ਦਾ ਕੰਮ ਹੁੰਦਾ ਉਸ ਤੇ ਸਹੀ ਆਪਦਾ ਤਨੋਂ ਨਿਭਾਉਂਦਾ ਗਾ। ਮੈਂ ਤੁਹਾਡੇ ਜੱਗ ਪਾਣੀ ਦੇ ਥਰੂ ਕਹਿਣਾ ਚਾਹਾਂਗਾ ਗੋਦੀ ਮੀਡੀਆ ਨੂੰ ਵੀ, ਹੁਣ ਸਮਾਂ ਆ ਗਿਆ ਹੈ ਵੀ ਤੁਸੀਂ ਵੀ ਇਹ ਮੋਦੀ ਦੀ ਚੁੰਗਲ ਚੋਂ ਨਿਕਲ ਸਕਦੇ ਹੋ। ਤੁਸੀਂ ਇੱਥੇ ਆਓ, ਇਹ ਮੋਦੀ ਨੇ ਜੋ ਅਤਿਆਚਾਰ ਕੀਤੇ ਆ ਕਿਸਾਨਾਂ ਦੇ ਉੱਤੇ ਉਹਨੂੰ ਕਵਰ ਕਰੋ ਤੇ ਦੁਨੀਆ ਨੂੰ ਸੱਚ ਦਿਖਾਓ। ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਭੁੱਖ ਹੜਤਾਲ ਤੇ ਬੈਠੇ ਸੀ, 8 ਤੋਂ 5 ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ, ਪਰ ਸਰਕਾਰ ਜਿਹੜੀ ਆ ਮੰਗਾਂ ਨਹੀਂ ਮੰਨ ਰਹੀ, ਲਗਾਤਾਰ ਸੰਘਰਸ਼ ਜਾਰੀ ਆ। ਅੱਜ ਕਰੀਬ 21 ਤੋਂ 22 ਦਿਨ ਜਿਹੜੇ ਆ ਇਸ ਬਾਰਡਰ ਤੇ ਹੋ ਚੁੱਕੇ ਨੇ ਕਿਸਾਨਾਂ ਨੂੰ ਬੈਠੇ। ਸੋ ਤੁਸੀਂ ਵੀ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋ, ਲੱਗਦਾ ਸਰਕਾਰ ਆਵਾਜ਼ ਸੁਣ ਲੇਗੀ? ਮੈਂ ਤੁਹਾਨੂੰ ਦੱਸ ਰਿਹਾ ਜੀ, ਆਵਾਜ਼ ਸੁਣੇ ਚਾਹੇ ਨਾ ਸੁਣੇ, ਕਹਿੰਦੇ ਹੁੰਦੇ ਨਾ ਸਮਾਂ ਸਮਰੱਥ, ਉਹੀ ਅਰਜਨ ਦੇ ਵਾਣ ਤੇ ਉਹੀ ਹੱਥ। ਹੁਣ ਤਾਂ ਅਸੀਂ ਤੁਰ ਪਏ ਆ ਜੀ, ਜਾਂ ਤਾਂ ਇਹ ਬਿੱਲ ਵਾਪਸ ਕਰਾ ਕੇ ਜਾਵਾਂਗੇ ਜਾਂ ਸ਼ਹੀਦ ਹੋ ਕੇ ਜਾਵਾਂਗੇ। ਪਰ ਜੇ ਜਿਵੇਂ ਕੱਲ ਸਾਡੇ ਬਾਬਾ ਜੀ ਨੇ ਸੁਸਾਈਡ ਕੀਤਾ, ਉਹਦੀ ਜ਼ਿੰਮੇਦਾਰ ਇਹ ਹਰਿਆਣਾ ਸਰਕਾਰ ਤੇ ਮੇਨ ਆਪਣਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ। ਉਸੇ ਤਰ੍ਹਾਂ ਉਹਨਾਂ ਦੇ ਉੱਤੇ ਪਰਚਾ 302 ਦਾ ਕਰਨਾ ਚਾਹੀਦਾ ਸਰਕਾਰ ਦੇ ਉੱਤੇ। ਮੈਂ ਸੁਪਰੀਮ ਕੋਰਟ ਦੇ ਸਾਡੇ ਚੀਫ ਜਸਟਿਸ ਨੂੰ ਇਹ ਆਪਣੀ ਤਰਫ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਤੁਸੀਂ ਦੇਖੋ ਜੀ, ਸਾਨੂੰ ਤੁਹਾਡੇ ਤੇ ਹੀ ਆ ਹੁਣ ਆਸ ਵੀ ਤੁਸੀਂ ਇਹ ਜੋ ਇੰਨੇ ਨੌਜਵਾਨ ਸਾਡੇ ਇੰਨੇ ਬਜ਼ੁਰਗਾਂ ਨੇ ਇੱਥੇ ਆਤਮ ਹੱਤਿਆ ਹੋ ਗਈਆਂ, ਹੱਤਿਆ ਹੋ ਗਈਆਂ, ਉਹਨਾਂ ਦਾ ਕੌਣ ਆ ਕਾਤਲ? ਉਹਨਾਂ ਦਾ ਕਾਤਲ ਨਰਿੰਦਰ ਮੋਦੀ ਆ। ਨਰਿੰਦਰ ਮੋਦੀ ਦੇ ਉੱਤੇ 302 ਦਾ ਪਰਚਾ ਕਰਕੇ, ਅਮਿਤ ਸ਼ਾਹ ਦੇ ਉੱਤੇ 302 ਦਾ ਪਰਚਾ ਕਰਕੇ ਕੇਸ ਚਲਾਏ ਜਾਣ। ਜੇ ਅਸੀਂ ਵੀ ਸ਼ਹੀਦ ਹੁੰਨੇ ਆ ਤਾਂ ਸਾਡਾ ਵੀ ਜ਼ਿੰਮੇਦਾਰ ਨਰਿੰਦਰ ਮੋਦੀ ਹੋਏਗਾ। ਨਰਿੰਦਰ ਮੋਦੀ ਦੇ ਉੱਤੇ ਪਰਚਾ ਕੀਤਾ ਜਾਵੇ ਜੀ। ਤੁਸੀਂ ਹੁਣ ਭੁੱਖ ਹੜਤਾਲ ਤੇ ਬੈਠੇ ਹੋ, ਮੈਡੀਕਲ ਚੈੱਕਅਪ ਹੋ ਰਿਹਾ, ਕਿਸੇ ਨੇ ਰੋਕਿਆ ਤੁਹਾਨੂੰ ਆ ਕੇ ਕਿ ਭੁੱਖ ਹੜਤਾਲ ਤੋੜ ਦਿੱਤੀ ਜਾਵੇ? ਸਾਡਾ ਮੈਡੀਕਲ ਚੈੱਕਅਪ ਜੋ ਕਰ ਰਿਹਾ ਜੀ ਸਾਡੇ ਵੀਰ ਭਰਾ ਜੋ ਇੱਥੇ ਸੰਸਥਾ ਦੀ ਤਰਫ ਤੋਂ, ਜਿਵੇਂ ਸਿੱਖ ਯੂਨਿਟ ਸੰਸਥਾ ਇੰਗਲੈਂਡ ਤੋਂ ਆਏ ਨੇ, ਹੋਰ ਸੰਸਥਾ ਨੇ, ਇਸ ਤਰ੍ਹਾਂ ਸੰਸਥਾ ਵਾਲੇ ਜ਼ਰੂਰ ਆ ਰਹੇ ਨੇ ਚੈੱਕ ਕਰਨ, ਪਰ ਸਰਕਾਰ ਕੰਨਿਓ ਕੋਈ ਜਾਂ ਮੈਡੀਕਲ ਕੰਨਿਓ ਕੋਈ, ਸਰਕਾਰੀ ਮੈਡੀਕਲ ਕੰਨਿਓ ਕੋਈ ਨਹੀਂ ਆਇਆ ਜੀ। ਰੋਕਿਆ ਗਿਆ ਤੁਹਾਨੂੰ ਕਿ ਤੁਸੀਂ ਭੁੱਖ ਹੜਤਾਲ ਨਾ ਰੱਖੋ ਕਿਸਾਨ ਜਥੇਬੰਦੀਆਂ ਵੱਲੋਂ? ਰੋਕਿਆ ਗਿਆ ਜੀ ਸਾਨੂੰ ਸਰਕਾਰ ਨੇ ਪਹਿਲਾਂ ਪ੍ਰੈਸ਼ਰ ਵੀ ਪਾਇਆ ਸੀ ਵੀ ਤੁਸੀਂ ਨਹੀਂ ਕਰੋਗੇ, ਠੀਕ, ਸਾਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਪਰ ਅਸੀਂ ਨਹੀਂ ਡਰੇ। ਪਰ ਹਾਂ, ਸਾਡੇ ਜੋ ਕਿਸਾਨ ਜਥੇਬੰਦੀਆਂ ਇਹਨਾਂ ਨੇ ਸਾਨੂੰ ਇਹ ਜ਼ਰੂਰ ਕਿਹਾ ਸੀ ਵੀ ਤੁਸੀਂ ਮਰਨ ਵਰਤ ਨਾ ਕਰੋ, ਕਿਉਂਕਿ ਮਰਨ ਵਰਤ ਮਤਲਬ ਜ਼ਿੰਦਗੀ ਖਤਮ ਕਰਨਾ। ਤੁਸੀਂ ਭੁੱਖ ਹੜਤਾਲ ਤੇ ਬੈਠੇ ਹੋ, ਤੁਸੀਂ ਬੈਠੋ। ਅਸੀਂ ਉਹਨਾਂ ਦੀ ਮੰਨੀ ਜੀ ਗੱਲ, ਅਸੀਂ ਆਖਿਆ ਜੀ ਅਸੀਂ ਭੁੱਖ ਹੜਤਾਲ ਦਾ 10 ਦਿਨ ਦਾ ਸਮਾਂ ਦੇ ਰਹੇ ਹਾਂ। 10 ਦਿਨ ਅਸੀਂ ਸਟੇਜ ਤੋਂ ਅਲਟੀਮੇਟ ਦਿੱਤਾ? ਹਾਂਜੀ, ਸਟੇਜ ਤੋਂ ਅਲਟੀਮੇਟ ਦਿੱਤਾ ਸੀ ਵੀ 10 ਦਿਨ ਅਸੀਂ ਭੁੱਖ ਹੜਤਾਲ ਤੇ ਬਵਾਂਗੇ, 10 ਦਿਨਾਂ ਬਾਅਦ ਅਸੀਂ ਮਰਨ ਵਰਤ ਤੇ ਹੋ ਜਾਾਂਗੇ। ਅਸੀਂ ਉਹਨਾਂ ਦੀ ਵੀ ਮੰਨੀ ਤੇ ਅਸੀਂ ਇਹ ਵੀ ਦੇਖਿਆ ਵੀ ਜੋ ਅੱਗੇ ਭਵਿੱਖ ਇੰਡੀਆ ਦਾ ਹੋਣ ਵਾਲਾ, ਹਿੰਦੁਸਤਾਨ ਦਾ ਹੋਣ ਵਾਲਾ, ਉਹ ਲੋਕਾਂ ਨੂੰ ਅੱਜ ਤੋਂ ਹੀ ਦਿਖਾ ਦਈਏ। 5 ਦਿਨ ਰਹਿ ਗਏ ਤੁਹਾਡੀ ਭੁੱਖ ਹੜਤਾਲ ਨੂੰ, ਅਗਰ ਸਰਕਾਰ ਨੇ ਉਸ ਦੌਰਾਨ ਮੰਗ ਨਾ ਮੰਨੀ ਤਾਂ ਤੁਸੀਂ ਇਸ ਤੋਂ ਬਾਅਦ ਮਰਨ ਵਰਤ ਤੇ ਬੈਠ ਜਾਓਗੇ? ਬਿਲਕੁਲ ਜੀ, ਅਸੀਂ ਮਰਨ ਵਰਤ ਤੇ ਬੈਠ ਜਾਾਂਗੇ। ਮਰਨ ਵਰਤ ਸਾਡਾ ਅਸੀਂ ਤਾਂ ਹੁਣ ਵੀ ਮਰਨ ਵਰਤ ਤੇ ਹਾਂ ਜੀ, ਇਕੱਲਾ ਪਾਣੀ ਤੇ ਨਿੰਬੂ ਪਾਣੀ ਲੈ ਰਹੇ ਹਾਂ। ਦੱਸੋ ਅਸੀਂ 5 ਦਿਨਾਂ ਤੋਂ ਕੀ ਲਿਆਗਾ? ਇਹ ਤਾਂ ਸਾਡੇ ਜੋ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਉਸੇ ਕਰਕੇ ਅਸੀਂ ਬੈਠੇ ਹਾਂ ਜੀ, ਠੀਕ, ਉਹੀ ਅੱਜ ਬਾਹਰ ਨਿਕਲ ਕੇ ਆ ਰਹੀਆਂ। ਅੱਜ ਸਾਡੇ ਥੋੜਾ ਗੋਡਿਆਂ ਦੇ ਵਿੱਚ, ਢੂਈਆਂ ਦੇ ਵਿੱਚ, ਸਰਾਂ ਦੇ ਵਿੱਚ ਤੇ ਬਾਜੂਆਂ ਦੇ ਵਿੱਚ ਦਰਦ ਹੋਣ ਲੱਗਿਆ ਜੀ। ਹੁਣ ਸਾਨੂੰ ਥੋੜਾ ਫੀਲ ਹੋਣ ਲੱਗਿਆ, ਪਰ ਹੁਣ ਤਾਂ ਤੁਰ ਪਏ ਆ, ਜਾਂ ਤਾਂ ਸ਼ਹੀਦ ਹੋ ਕੇ ਜਾਵਾਂਗੇ ਜਾਂ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਦੇ ਬਾਰੇ ਥੋੜਾ ਜ਼ਿਕਰ ਕਰ ਦਿਓ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਜੀ ਪਹਿਲਾਂ ਤਾਂ ਅੰਗਰੇਜ਼ਾਂ ਦੇ ਟਾਈਮ ਤੇ ਆਜ਼ਾਦੀ ਘੁਲਾਟੀਏ ਰਹੇ, ਉਹਨਾਂ ਨੇ ਅੰਗਰੇਜ਼ਾਂ ਦੇ ਅਗੇਂਸਟ ਲੜਾਈ ਲੜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਮੰਗਾਂ ਲਈ, ਜੋ ਅੱਜ ਹੀ ਇਹ ਜੋ ਮੰਗਾਂ ਪਿੱਛੇ ਆਪਾਂ ਲੜਾਈ ਕਰ ਰਹੇ ਹਾਂ, ਜੋ ਮੁੱਦਿਆਂ ਤੇ ਅੱਜ ਆਪਾਂ ਲੜਾਈ ਕਰ ਰਹੇ ਹਾਂ, ਇਹਨਾਂ ਦੇ ਮੁੱਦਿਆਂ ਤੇ 1970 1972 ਦੇ ਵਿੱਚ ਇਸ ਮੁੱਦਿਆਂ ਦੇ ਉੱਤੇ ਉਹਨਾਂ ਨੇ 74 ਦਿਨ ਦਾ ਮਰਨ ਵਰਤ ਰੱਖਿਆ ਸੀ ਵੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ। ਚੰਡੀਗੜ੍ਹ ਇਹ ਹਿੰਦੁਸਤਾਨ ਦਾ ਪਹਿਲਾ ਇੱਕ ਰਾਜ, ਪਰ ਚੰਡੀਗੜ੍ਹ ਪ੍ਰਦੇਸ਼ ਹੈ ਜਿਹਦੇ 2 ਰਾਜ ਆ, ਉਹਨਾਂ ਦੀ ਰਾਜਧਾਨੀ ਆ। ਹੁਣ ਚੰਡੀਗੜ੍ਹ 2 ਰਾਜਾਂ ਦੀ ਰਾਜਧਾਨੀ ਹੋਵੇ, ਕਿਵੇਂ ਡਿਵੈਲਪਮੈਂਟ ਹੋਏਗੀ? ਇਹ ਤਾਂ ਜਿੰਨਾ ਵੀ ਚੰਡੀਗੜ੍ਹ ਦਾ ਟੈਕਸ ਆ ਜਾਂ ਇੰਡਸਟਰੀ ਆ, ਉਹਦਾ ਜਿੰਨਾ ਟੈਕਸ ਆ ਰਿਹਾ ਉਹ ਸਿਰਫ ਤੇ ਸਿਰਫ ਕੇਂਦਰ ਸਰਕਾਰ ਨੇ ਆਪਦੇ ਹੜੱਪਣ ਦੇ ਲਈ ਇਹਨੂੰ ਚੰਡੀਗੜ੍ਹ ਨੂੰ 2 ਰਾਜਾਂ ਦੀ ਰਾਜਧਾਨੀ ਬਣਾ ਰੱਖਿਆ। ਉਸ ਲਈ ਮੈਂ ਇਹ ਕਹੂੰਗਾ ਵੀ ਉਹਨਾਂ ਨੇ ਲੜਾਈਆਂ ਲੜੀਆਂ ਸੀ ਵੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਉਹ ਪੰਜਾਬ ਨੂੰ ਮਿਲਣਾ ਚਾਹੀਦਾ। ਪੰਜਾਬ ਦਾ ਪਾਣੀ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਪੰਜਾਬ ਨੂੰ ਪੂਰਾ ਕੀਤਾ ਜਾਵੇ,
ਫੇਰ ਅੱਗੇ ਹਰਿਆਣਾ ਨੂੰ ਦਿੱਤਾ ਜਾਵੇ। ਹਰਿਆਣਾ ਵੀ ਸਾਡਾ ਛੋਟਾ ਭਰਾ, ਉਹੀ ਅੱਜ ਲੜਾਈ ਸਾਡੀ ਚੱਲ ਰਹੀ ਆ। ਖੇਤੀਆਂ ਨੌਜਵਾਨਾਂ ਦੇ ਜੋ ਕਰਜ਼ਾ ਉਹਨਾਂ ਨੂੰ ਮਾਫ ਕੀਤਾ ਜਾਵੇ, ਖੇਤੀ ਦੇ ਉੱਤੇ ਜੋ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਉਸ ਦੇ ਉੱਤੇ ਦਰਸ਼ਨ ਸਿੰਘ ਫੇਰੂਮਾਨ ਜੀ ਨੇ 74 ਦਿਨ ਦਾ ਮਰਨ ਵਰਤ ਰੱਖ ਕੇ ਸ਼ਹੀਦ ਹੋ ਗਏ ਸਨ। ਉਹੀ ਮਰਨ ਵਰਤ ਨੂੰ ਅੱਗੇ ਵਧਾਉਂਦੇ ਹੋਏ ਮਹੰਤ ਸੇਵਾ ਦਾਸ ਜੀ ਨੇ ਉਸ ਟਾਈਮ ਤੇ ਆਪਣਾ 44 ਦਿਨ ਦਾ ਮਰਨ ਵਰਤ ਰੱਖਿਆ ਸੀ। 44 ਦਿਨ ਤੋਂ ਬਾਅਦ ਉਸ ਸਮੇਂ ਦੀਆਂ ਸਰਕਾਰਾਂ ਆਈਆਂ ਸਨ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਜੀ। ਉਸ ਸਮੇਂ ਦੀਆਂ ਸਰਕਾਰਾਂ ਦੇ ਲੀਡਰ ਆਏ ਸਨ ਨਾਲ, ਉਹਨਾਂ ਨੇ ਕਿਹਾ ਸੀ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਜੀ, ਤੁਸੀਂ ਇਹ ਮਰਨ ਵਰਤ ਸਮਾਪਤ ਕਰ ਦਿਓ, ਖਤਮ ਕਰ ਦਿਓ। ਉਹਨਾਂ ਨੇ ਸਰਕਾਰਾਂ ਦੇ ਇਸ ਚੀਜ਼ ਦੇ ਉੱਤੇ ਵੀ ਸਰਕਾਰਾਂ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ, ਉਹਨਾਂ ਨੇ ਸਰਕਾਰਾਂ ਦੀ ਇਸ ਮੰਗ ਦੇ ਉੱਤੇ ਆਪਦਾ ਮਰਨ ਵਰਤ ਸਮਾਪਤ ਕਰਤਾ ਸੀ। ਸਰਕਾਰ ਨੇ ਉਸ ਟਾਈਮ ਦੇ ਉੱਤੇ ਮਰਨ ਵਰਤ ਖਤਮ ਕਰਾਇਆ ਸੀ, ਪਰ ਉਦੋਂ ਬਾਅਦ ਸਰਕਾਰ ਮੁੱਕਰ ਗਈ ਆਪਦੇ ਮਨ। ਹੁਣ ਉਮੀਦ ਹੈਗੀ ਕਿ ਸਰਕਾਰ ਤੁਹਾਡਾ ਜਿਹੜਾ ਵਾ ਵਰਤ ਤੋੜਾ ਦੇਗੀ ਤੇ ਮੰਗਾਂ ਜਿਹੜੀਆਂ ਮੰਨ ਲਿੱਤੀਆਂ ਜਾਣਗੀਆਂ। ਹੁਣ ਤਾਂ ਜੀ ਇੱਕ ਹੀ ਆ, ਜਾਂ ਤਾਂ ਇਹ ਜਿਹੜੀਆਂ ਮੰਗਾਂ ਇਹ ਪੂਰੀਆਂ ਕਰਨ, ਨਹੀਂ ਤਾਂ ਅਸੀਂ ਤਾਂ ਬੈਠੇ ਆ, ਸ਼ਹੀਦ ਹੋ ਕੇ ਜਾਵਾਂਗੇ, ਨਹੀਂ ਤਾਂ ਅਸੀਂ ਨਹੀਂ ਉੱਠਦੇ ਇੱਥੋਂ ਜੀ। ਇਹ ਤਾਂ ਜਗਤਾਰ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ। ਪੰਜਾਬ ਪ੍ਰਧਾਨ ਨੇ ਫੇਰੂਮਾਨ ਜਿਹੜੀ ਸੰਸਥਾ ਹੈਗੀ ਆ। ਜਗਤਾਰ ਜੀ, ਭੁੱਖ ਹੜਤਾਲ ਤੇ ਬੈਠੇ ਹੋ, ਪਿਛਲੇ 5 ਦਿਨ ਹੋ ਗਏ ਭੁੱਖ ਹੜਤਾਲ ਤੇ ਬੈਠੇ ਨੂੰ, ਸੋ ਉਮੀਦ ਹੈ ਕਿ ਸਰਕਾਰ ਮੰਗ ਮੰਨ ਲੇਗੀ। ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਪਰ ਮੀਟਿੰਗਾਂ ਹੀ ਨਹੀਂ ਬੇਨਤੀਜਾਂ ਨਿਕਲ ਰਹੀਆਂ। ਦੇਖੋ ਜੀ, ਉਮੀਦ ਤਾਂ ਮਜਬੂਰੀ ਹੋ ਗਈ ਹੈ, ਮੈਨੂੰ ਲੱਗਦਾ ਸਰਕਾਰਾਂ ਦੀ ਮਜਬੂਰੀ ਹੈ ਇਹ। ਇਹਨਾਂ ਨੂੰ ਇਹ ਸਾਰੇ ਕਾਨੂੰਨ ਜਿਹੜੇ ਲੈਤੇ ਹੋਏ ਨੇ, ਇਹਨਾਂ ਨੇ ਥੋਪੇ ਹੋਏ ਨੇ, ਇਹ ਇਹਨਾਂ ਨੂੰ ਵਾਪਸ ਕਰਨੇ ਹੀ ਪੈਣਗੇ। ਸਾਨੂੰ ਪੂਰੀ ਉਮੀਦ ਹੈ ਇਸ ਚੀਜ਼ ਦੀ। ਠੀਕ, ਹਾਂਜੀ ਹਾਂਜੀ। ਸੋ ਇਹ ਤਸਵੀਰਾਂ ਇੱਕ ਵਾਰੀ ਫਿਰ ਦਿਖਾ ਦਿੰਦੇ ਆ। ਪਿੱਛੇ ਕਿਸਾਨਾਂ ਦੇ ਹੱਕ ਵਿੱਚ ਭੁੱਖ ਹੜਤਾਲ ਦਾ ਬੈਨਰ ਲੱਗਿਆ ਹੋਇਆ ਵਾ। ਸੋ ਲਿਖਿਆ ਹੈ ਭਾਰਤ ਸਰਕਾਰ ਵੱਲੋਂ ਕਿਸਾਨ ਭਰਾਵਾਂ ਦੇ ਵਿਰੋਧ ਵਿੱਚ ਜੋ ਕਾਲੇ ਕਾਨੂੰਨ ਲਿਆਂਦੇ ਗਏ ਨੇ, ਫੇਰੂਮਾਨ ਸੰਸਥਾ ਵੱਲੋਂ ਉਹਨਾਂ ਦਾ ਪੁਰਜ਼ੋਰ ਵਿਰੋਧ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ਕੀਤੀ ਜਾਂਦੀ ਹੈ। ਸੋ ਨੀਚੇ ਇਹ ਵੀ ਲਿਖਿਆ ਹੈ ਕਿ ਸਰਕਾਰ ਨੂੰ ਅਲਟੀਮੇਟ ਵੀ ਦਿੱਤਾ ਵਾ, ਜਲਦ ਤੋਂ ਜਲਦ ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਕਰ ਲਿੱਤੇ ਜਾਣ, ਨਹੀਂ ਤਾਂ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਬਦਲ ਦਿੱਤਾ ਜਾਵੇਗਾ। ਸੋ ਕੁਝ ਹੋਰ ਬਜ਼ੁਰਗ ਵੀ ਬੈਠੇ ਨੇ। ਸੋ ਪੰਜਾਬ ਤੋਂ ਨੌਜਵਾਨ ਸੀ ਜਿਨ੍ਹਾਂ ਨਾਲ ਗੱਲ ਕੀਤੀ ਆ। ਸੋ ਬਜ਼ੁਰਗਾਂ ਨਾਲ ਗੱਲਬਾਤ ਕरें। सर ਕਿਹੜੀ जगह तो आए सी? सर मैं डिस्ट्रिक्ट सोनीपत है मेरा ओम प्रकाश दहिया नाम है, किसान हसी। 7 लोगों ने भूख हड़ताल रखी थी इस आंदोलन में। दूसरी तरफ आंदोलन चल रहा है किसानों का, स्टेजें चल रही हैं, आप दूसरी तरफ भूख हड़ताल पे बैठे हो। तो 7 लोगों ने भूख हड़ताल रखी थी, उसके बाद आज गिनती जो है बढ़ रही है लगातार भूख हड़ताल करने वालों की, आप भी उस गिनती में शामिल हो। तो कैसे उम्मीद है कि सरकार इस जो काले कानून बनाए गए हैं जिसका किसान विरोध कर रहे हैं वो वापस ले लेगी? सर ये उम्मीद तो नहीं है, लेकिन हम अपनी कोशिश कर सकते हैं। कोशिश करना इंसान का फर्ज होता है। आप कहाँ से, अपना नाम बता दीजिए। मैं सोनीपत से हूँ और किसान हूँ मैं भी। हरियाणा से। हाँ, एक्स सर्विसमैन भी हूँ। मोर ओवर आई एम रिटायर्ड फ्रॉम एयरफोर्स। तो मैं अगर इफ़ यू विल अलाउ मी आई कैन गिव ए लेक्चर इन इंग्लिश 2-3 लाइन्स, उसी में ये सब समझ कवर कर दूंगा। हिंदी में मुझे कम बोलना आता है। I had been there in Air Force only or English, so हिंदी को मेरे को कम आता है थोड़ा। I can tell you in English better 4-5 lines. If you will allow me to, I will speak. Otherwise, I will tell in Hindi also. तो आप इंग्लिश में बता दीजिए। तो भूख हड़ताल है आपकी, तो आप भी पिछले 5 दिनों से भूख हड़ताल पे बैठे हुए हैं? हाँ जी, यस। लेकिन सर एक बात बताएं, हमारी इस भूख हड़ताल से हमें लगता है कि सरकार की समझ में आ जाना चाहिए कि जो बैकबोन है हिंदुस्तान की, 40% ऑफ द फार्मर्स जो है इंडियन इकोनॉमी डिपेंड्स यानी 40% ऑन दिस फार्मर्स लैंड। तो दे मस्ट रियलाइज दैट मिस्टर नरेंद्र मोदी, ऑनरेबल पीएम, ही मस्ट नो दैट एक तरफ जवान खड़ा है, एक तरफ किसान खड़ा है, और एक तुम नारा लगाते हो दोनों सड़कों पर है, दोनों बॉर्डर पे खड़े हैं। दोनों यानी बॉर्डर इंस्टेड ऑफ बॉर्डर दे आर, ये यहाँ पे सिंह बॉर्डरों पे खड़े कर रखे हैं। इधर कितने बुढ़े बुढ़े आदमी हैं, 70-80 years old, they are shivering in the severe cold. They must realize that वो तो तुम यार प्रधानमंत्री हो, देश के राजा हो, हैं, तो राजा को तो सोचना चाहिए प्रजा के बारे में। ये बात आज ने 21 दिन पास किए, तो दे हैव नॉट थॉट सो फॉर दिस थिंग कि मेरे जो है बुजुर्ग लोग वहाँ ठंडी में मर रहे हैं। माता का पैर देखे मैं तो पुलिस वालों ने लाठियाँ मार के तोड़ रखा था, तो यहाँ तक फ्रैक्चर था। यानी आई फील वेरी मच, हमारा प्रधानमंत्री जब कहता है अच्छे दिन आओगे, ये अच्छे दिन आए। हम उनका इंतजार कर रहे थे कि अच्छे दिन आएंगे, हमारे खाते में इतने पैसे आएंगे, गरीब आदमी के इतने खाते खोलेंगे, पर नथिंग, ये खाली जुमलाबाजी है।
हमारे आपको कैसा लगता है सरकार अभी भी बोल रही है जब भी प्रधानमंत्री कहीं रैली करते हैं या कुछ भी संबोधन करते हैं उसमें यही बोल रहे हैं कि किसानों के हक में ये कानून है, किसानों के फायदे के लिए ये कानून जो बनाए गए हैं। नहीं सर, ऐसा कुछ नहीं लग रहा हमारे को. दैट्स व्हाई वी आर अपोजिंग दिस थिंग, बिकॉज दैट इज नॉट इन द फेवर ऑफ द फार्मर्स. दे आर इन द फेवर ऑफ big corporates like Ambani and Adani's, because that credits will go to them only. That will not come to the farmer. Because हम गरीब जो है वो एक खरबूजा है, किसान एक खरबूजे की तरह है. मैं एक बार रोकना चाहूंगा सरकार को, शायद आपकी अंग्रेजी समझ लग जाएगी क्योंकि सरकार तो सोचती है किसान पढ़ा लिखा नहीं, उसको समझ नहीं आ रहा कानून, पर आप तो अंग्रेजी में बात करते हैं। सरकार को तो पता होना चाहिए कि किसान को कानून समझे तभी तो वो सड़कों पर बैठा है। अरे सर, इसीलिए तो मैं इंग्लिश में बोलना चाहता हूँ. वो हमें टेररिस्ट बोलते हैं. हमारी बेटियां कल बैनर लेके घूम रही थी कि आई एम द डॉटर ऑफ ए फार्मर. दैट्स व्हाई आई एम स्पीकिंग इन इंग्लिश. आई हैव चेंज माय चैनल इन टू इंग्लिश. So he must know that okay, we are not a terrorist, we are not Akalis, we are not Khalistani, we are farmers. So we are learned farmers. I am double MA from Kurukshetra University. You must know that itna mera 60 year is running. So we are ठीक है, we are the son of the poor, but we know better. I am the scholar case of Haryana Education Board in 78. So they must realize that के पढ़े लिखे हैं ये, लेकिन तुम इसको लॉलीपॉप दे रहे हो. वी विल नॉट एक्सेप्ट इट. दे आर गिविंग अस न्यू शर्ट. वंस वी कैन सर्वाइव विद दिस शर्ट, आई डोंट वांट न्यू शर्ट. व्हाई टू बाय न्यू शर्ट्स? सवाल फिर वही आता है कि सरकार सोचती है किसान पढ़ा लिखा नहीं, पर आज समर्थन वो वकील भी दे रहे हैं। आज जो पूर्व सैनिक है वो भी, देश का पूर्व सैनिक है वो भी समर्थन दे रहा है। आज इंडस्ट्री भी समर्थन दे रही है, जो पढ़ा लिखा लोग है। आज नौजवान जो है पढ़ा लिखा स्टूडेंट है वो समर्थन दे रहा है, पर सरकार को क्यों नहीं समझ आ रहा है? सरकार क्यों नहीं काले कानून वापस कर रही? नहीं सर, देखो ये दैट इज अप टू किंग. ही इज द किंग ऑफ दिस यानी इंडिया. तो ये उसकी इच्छा पे निर्भर है. हम तो रो सकते हैं. जब तक बच्चा रोएगा नहीं, माँ दूध नहीं देगी. ये कहावत है ये. तो हम तो रो ही तो सकते हैं, बैठ सकते हैं भूखे. आप रो भी रहे हो, पर बहुत सारे किसान इसमें आंदोलन में मर भी रहे हैं, जिसको किसान शहीद बोल रहे हैं कि शहीद हो रहे हैं हमारे किसान। तो पर आप तो बोल रहे हैं कि बच्चा रोएगा नहीं तो माँ कैसे सुनेगी, है ना, दूध देना है। तो किसान इतने मर चुके हैं, 20 से ज्यादा किसानों की मौत हो चुकी है इस आंदोलन में। तो लगता है सरकार को आवाज नहीं पहुंच रही। नहीं, ये अभी तक उनकी आवाज वहां तक नहीं पहुंची है सर. इंतजार और कर रहा है कि और मर जाएं किसान। अभी ये भूख हड़ताल है, उसके बाद आप मरते हुए चले जाओगे। नहीं नहीं नहीं, ये तो हम तो 10 दिन के बाद में पानी पीना ही बंद कर देंगे. नेचुरली वी विल डाई है. तो पानी भी नहीं पियेंगे तो हम मरेंगे इधर, क्योंकि हम अपने बच्चों को ऐसे नहीं छोड़ सकते. वो तो क्या है, हमारे को जो है रोड पे ला देंगे हमारे बच्चों को ऐसे. हम हर एक चीज़ समझते हैं, पढ़े लिखे हमारे बच्चे गवर्नमेंटिस्ट हैं. और आपकी मीडिया जो है, दैट इज फोर्थ लेग ऑफ दिस डेमोक्रेसी. अगर ये टांग टूट जाए तो मेज गिर जाएगी. हाँ, तो दे मस्ट नो दैट कि ये हमारा जो है आपके चैनल के माध्यम से ये बातें हमारी वहाँ तक जानी चाहिए, राजा तक. बिल्कुल ਅਸੀਂ ਜਿਹੜੀਆਂ ਗੱਲਾਂ ਸਰਕਾਰ ਤੱਕ ਵੀ ਪਹੁੰਚਾ ਰਹੇ ਹਾਂ। ਸੋ ਇਹ ਭੁੱਖ ਹੜਤਾਲ ਤੇ ਬੈਠੇ ਨੇ, ਇੱਕ ਹੋਰ ਨੌਜਵਾਨ ਆ, ਗੱਲਬਾਤ ਕਰ ਲੈਂਦੇ। आप कहाँ से आए? मैं हरियाणा से, अरविंद आर्य। हरियाणा से। आज इस भूख हड़ताल में 5वां दिन हो चुका है आपका, इसके बाद मरण मरते हुए चले जाएंगे। कैसा लगता है सरकार आपकी आवाज़ सुन लेगी? जैसे ये बोल रहे हैं कि बच्चा रोएगा नहीं तो माँ दूध नहीं देगी, तो आज किसान मर भी रहा है इस आंदोलन में, तो सरकार कैसे ये फैसला बदलेगी? बिल्कुल बदलेगी जी। दिन पर दिन जो किसानों की ताकत है वो बढ़ती जा रही है। आप देख ही रहे हैं कि राजस्थान से भी काफ़ी संख्या में जो पशु और डंगर है वो भी बॉर्डर कूच कर रहे हैं। यानी कि अब ये आंदोलन मात्र एक किसान जाति का नहीं, ये विश्व की सबसे बड़ी जो भी हमारा देश है, देश से बाहर भी जो वर्ल्ड है, उन सब के हक और अधिकार की लड़ाई है। जो अन्न खाता है ये हर प्रत्येक उस भारतीय की लड़ाई है। जो किसान के घर में जन्मा है ये प्रत्येक उस युवा की लड़ाई है। ਬਹੁਤ ਸਾਰੇ ਕਿਸਾਨ ਹੁਣ ਜਿਹੜੇ ਨੇ ਭੁੱਖ ਹੜਤਾਲ ਤੇ ਬੈਠੇ ਨੇ। ਤਸਵੀਰਾਂ ਅਸੀਂ ਦਿਖਾਈਆਂ ਵਾ, 7 ਜਿਹੜੇ ਲੋਕ ਨੇ ਵੱਖ-ਵੱਖ ਰਾਜਾਂ ਤੋਂ ਆਏ ਨੇ, ਕਿਸਾਨ ਨੇ। ਸੋ ਇੱਥੇ ਭੁੱਖ ਹੜਤਾਲ ਤੇ ਬੈਠੇ ਨੇ ਔਰ ਕਿਹਾ ਕਿ ਅਗਰ ਸਰਕਾਰ ਨੂੰ ਅਲਟੀਮੇਟ ਦਿੱਤਾ ਵਾ ਕਿ ਅਗਰ ਇਹਨਾਂ 10 ਦਿਨਾਂ ਦੇ ਵਿੱਚ ਸਰਕਾਰ ਨੇ ਮੰਗ ਨਾ ਮੰਨੀ ਤਾਂ ਉਸ ਤੋਂ ਬਾਅਦ ਇਹ ਮਰਨ ਵਰਤੇ ਚੱਲ ਜਾਣਗੇ। ਸੋ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਤੱਕ ਇਹਨਾਂ ਦੀਆਂ ਮੰਗਾਂ ਮੰਨਦੀ ਹੈ, ਕਦੋਂ ਤੱਕ ਇਹ ਅੰਦੋਲਨ ਜਿਹੜਾ ਵਾ ਵਾਪਸੀ ਦਾ ਜਿਹੜਾ ਘਰ ਵਾਪਸੀ ਹੋ ਜਾਵੇਗਾ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦਰ, ਜਗਬਾਣੀ ਟੀਵੀ।